ਵੈਲਕਮ ਦੋਸਤੋ ਮਾਈ ਆਨਲਾਈਨ ਕਲਾਸਿਸ। ਅੱਜ ਦੋਸਤੋ ਅਸੀਂ ਰੈਗੂਲੇਟਿੰਗ ਐਕਟ 1773, ਪਿਸਟ ਐਕਟ 1784, ਚਾਰਟ ਐਕਟ 1813 ਅਤੇ 1833 ਅਤੇ ਚਾਰਟ ਐਕਟ 1793 ਇਹਨਾਂ ਨਾਲ ਰਿਲੇਟਡ ਮਹੱਤਵਪੂਰਨ ਪ੍ਰਸ਼ਨ ਜਿਹੜੇ ਪੇਪਰ ਦੇ ਪੁਆਇੰਟ ਵਿਊ ਤੋਂ ਮਹੱਤਵਪੂਰਨ ਹਨ ਉਹਨਾਂ ਉੱਤੇ ਵਿਸਤਾਰ ਚਰਚਾ ਕਰਾਂਗੇ। ਪਹਿਲਾ ਪ੍ਰਸ਼ਨ, ਬੰਗਾਲ ਦਾ ਪਹਿਲਾ ਗਵਰਨਰ ਕੌਣ ਸੀ? ਦੋਸਤੋ ਵਿਲੀਅਮ ਬੈਕਟ, ਰਾਬਰਟ ਕਲਾਈਵ ਜਾਂ ਵਾਰਨ ਹੈਸਟਿੰਗ। ਦੋਸਤੋ ਅਸੀਂ ਸਾਰੇ ਜਾਣਦੇ ਹਾਂ ਕਿ ਬੰਗਾਲ ਦਾ ਪਹਿਲਾ ਗਵਰਨਰ ਰਾਬਰਟ ਕਲਾਈਵ ਸੀ ਅਤੇ ਗਵਰਨਰ ਜਨਰਲ ਵਾਰਨ ਹੈਸਟਿੰਗ ਸੀ। ਇਸ ਦਾ ਆਨਸਰ ਹੋਏਗਾ ਰਾਬਰਟ ਕਲਾਈਵ। ਦੂਸਰਾ ਪ੍ਰਸ਼ਨ ਹੈ, ਬੰਗਾਲ ਦਾ ਆਖਰੀ ਗਵਰਨਰ ਕੌਣ ਸੀ? ਦੋਸਤੋ ਅਸੀਂ ਜਾਣਦੇ ਹਾਂ ਜਿਵੇਂ ਕਿ ਬੰਗਾਲ ਦਾ ਪਹਿਲਾ ਗਵਰਨਰ ਵਾਰਨ ਹੈਸਟਿੰਗ ਸੀ ਅਤੇ ਬੰਗਾਲ ਦਾ ਲਾਸਟ ਗਵਰਨਰ ਵਿਲੀਅਮ ਬੈਕਟ ਸੀ। ਜਿਹੜਾ ਬੰਗਾਲ ਦਾ ਲਾਸਟ ਗਵਰਨਰ 1829 ਦੇ ਵਿੱਚ ਵਿਲੀਅਮ ਬੈਕਟ ਬਣਿਆ ਸੀ 1833 ਤੱਕ। ਇਹ ਬੰਗਾਲ ਦਾ ਲਾਸਟ ਗਵਰਨਰ ਜਨਰਲ ਸੀ ਅਤੇ ਇੰਡੀਆ ਦਾ ਪਹਿਲਾ ਗਵਰਨਰ ਜਨਰਲ ਸੀ। ਪਹਿਲਾ ਬੰਗਾਲ ਦਾ ਗਵਰਨਰ ਜਨਰਲ ਕੌਣ ਸੀ? ਦੋਸਤੋ ਬੰਗਾਲ ਦਾ ਪਹਿਲਾ ਗਵਰਨਰ ਰਾਬਰਟ ਕਲਾਈਵ ਸੀ ਅਤੇ ਗਵਰਨਰ ਜਨਰਲ ਵਾਰਨ ਹੈਸਟਿੰਗ ਸੀ। ਕਿਉਂਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜਾ ਗਵਰਨਰ ਸੀ ਉਹ ਪਹਿਲਾ ਰਾਬਰਟ ਕਲਾਈਵ ਸੀ ਅਤੇ ਪਹਿਲਾ ਗਵਰਨਰ ਜਨਰਲ ਵਾਰਨ ਹੈਸਟਿੰਗ ਸੀ ਅਤੇ ਲਾਸਟ ਗਵਰਨਰ ਜਨਰਲ ਵਿਲੀਅਮ ਬੈਕਟ ਸੀ। ਜਿਹੜਾ ਵਿਲੀਅਮ ਬੈਕਟ ਬੰਗਾਲ ਦਾ ਲਾਸਟ ਗਵਰਨਰ ਜਨਰਲ ਸੀ ਉਹ ਸਾਡੀ ਇੰਡੀਆ ਦਾ ਪਹਿਲਾ ਗਵਰਨਰ ਜਨਰਲ ਸੀ। ਕਿਸ ਐਕਟ ਦੇ ਅਧੀਨ ਦਾਸ ਪ੍ਰਥਾ ਗੈਰ ਕਾਨੂੰਨੀ ਘੋਸ਼ਿਤ ਕੀਤੀ ਗਈ ਸੀ? 1813, 1833, 1853। ਦੋਸਤੋ 1833 ਦਾ ਐਕਟ ਜਿਹੜਾ ਵਿਲੀਅਮ ਬੈਕਟ ਸਮੇਂ ਆਇਆ ਸੀ ਉਸ ਸਮੇਂ ਦਾਸ ਪ੍ਰਥਾ ਗੈਰ ਕਾਨੂੰਨੀ ਘੋਸ਼ਿਤ ਕੀਤੀ ਗਈ ਸੀ। ਪਰ ਇਹ 1843 ਦੇ ਵਿੱਚ 1843 ਲਾਰਡ ਐਲਨਬਰੋ ਦੇ ਅਧੀਨ ਇਹ ਕਾਨੂੰਨੀ ਤੌਰ 'ਤੇ ਲਾਗੂ ਹੋ ਗਈ ਸੀ, ਪਰ ਘੋਸ਼ਿਤ ਇਹ 1833 ਦੇ ਐਕਟ ਦੇ ਅਧੀਨ ਕੀਤੀ ਗਈ ਸੀ। ਇਸ ਦਾ ਆਨਸਰ ਹੈ 1833। ਕਿਸ ਐਕਟ ਦੇ ਅਧੀਨ ਹਰ ਸਾਲ ਸਿੱਖਿਆ 'ਤੇ 1 ਲੱਖ ਰੁਪਏ ਲੱਗੇਗਾ? ਭਾਵ ਕਿਹੜਾ ਐਕਟ ਸੀ ਜਿਸ ਦੇ ਅਧੀਨ, ਥੋੜ੍ਹੀ ਜਿਹੀ ਪ੍ਰਸ਼ਨ ਦੇ ਵਿੱਚ ਮਿਸਟੇਕ ਆ ਦੋਸਤੋ, ਵੀ ਕਿਹੜਾ ਐਕਟ ਸੀ ਜਿਸ ਦੇ ਅਧੀਨ ਹਰ ਸਾਲ ਸਿੱਖਿਆ 'ਤੇ 1 ਲੱਖ ਰੁਪਇਆ ਲਾਇਆ ਜਾਵੇਗਾ? 1793, 1833, 1813। 1813 ਦਾ ਐਕਟ। ਈਸਟ ਇੰਡੀਆ ਕੰਪਨੀ ਦਾ ਏਕਾਧਰ ਕਦੋਂ ਖਤਮ ਹੋ ਗਿਆ ਸੀ? 1813, 1833, 1793। ਦੋਸਤੋ ਜੀ ਪ੍ਰਸ਼ਨ ਦੇ ਵਿੱਚ ਇਹ ਥੋੜ੍ਹਾ ਜਿਹਾ ਉਲਝਣ ਵਾਲਾ ਪ੍ਰਸ਼ਨ ਹੈ। ਜਿਵੇਂ 1813 ਅਤੇ 1833, 1813 ਦੇ ਐਕਟ ਦੇ ਅਧੀਨ ਦੋਸਤੋ ਏਕਾਧਰ ਖਤਮ ਹੋ ਗਿਆ ਸੀ, ਪਰ ਚਾਹ ਅਤੇ ਅਫੀਮ 'ਤੇ ਦੋ ਚੀਜ਼ਾਂ 'ਤੇ ਜਿਹੜਾ ਚੀਨ ਨਾਲ ਏਕਾਧਰ ਸੀ ਉਹ ਈਸਟ ਇੰਡੀਆ ਕੰਪਨੀ ਦਾ ਰਹਿ ਗਿਆ ਸੀ। ਇਸ ਲਈ ਅਸੀਂ ਆਨਸਰ ਲਗਾਵਾਂਗੇ 1833, ਕਿਉਂਕਿ 1833 ਦੇ ਵਿੱਚ ਸਭ ਕੁਝ ਖਤਮ ਹੋ ਗਿਆ ਸੀ, ਵੀ ਵਪਾਰਕ ਜਿਹੜਾ ਏਕਾਧਰ ਸੀ ਉਹ ਬਿਲਕੁਲ ਖਤਮ ਹੋ ਗਿਆ ਸੀ। ਸੁਪਰੀਮ ਕੋਰਟ ਦੀ ਸਥਾਪਨਾ ਕਿਸ ਐਕਟ ਦੇ ਅਧੀਨ ਹੋਈ ਸੀ? 1793, 1833, 1813, 1778। 1778 ਦੇ ਐਕਟ ਦੇ ਅਧੀਨ ਦੋਸਤੋ ਸੁਪਰੀਮ ਕੋਰਟ ਦੀ ਸਥਾਪਨਾ ਕਲਕੱਤਾ ਦੇ ਵਿੱਚ ਹੋਈ ਸੀ। ਪਿਸਟ ਇੰਡੀਆ ਐਕਟ ਕਦੋਂ ਆਇਆ ਸੀ? ਦੋਸਤੋ ਪਿਸਟ ਇੰਡੀਆ ਐਕਟ 1784, 1785, 1793, 1813। 1784 ਦੇ ਵਿੱਚ ਪਿਸਟ ਇੰਡੀਆ ਐਕਟ ਆਇਆ ਸੀ। ਉਸ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਵਿਲੀਅਮ ਪਿਸਟ ਸੀ। 1784 ਦਾ ਪਿਸਟ ਇੰਡੀਆ ਐਕਟ ਆਉਣ ਦਾ ਦੋਸਤੋ ਇੱਕੋ ਇੱਕ ਕਾਰਨ ਸੀ, ਕਿਉਂਕਿ ਇਹ ਐਕਟ ਰੈਗੂਲੇਟਿੰਗ 1773 ਦੀਆਂ ਕਮੀਆਂ ਨੂੰ ਦੂਰ ਕਰਨ ਦੇ ਲਈ ਆਇਆ ਸੀ। ਇਸ ਦੇ ਅਧੀਨ ਦੋਸਤੋ ਬੋਰਡ ਆਫ ਕੰਟਰੋਲ ਦੀ ਸਥਾਪਨਾ ਹੋ ਗਈ ਸੀ ਜਿਸ ਦੇ 6 ਮੈਂਬਰ ਸੀ। ਇਸ ਦੇ ਅਧੀਨ ਵਪਾਰਕ ਕੰਮਾਂ ਨੂੰ ਰਾਜਨੀਤਿਕ ਕੰਮਾਂ ਨਾਲੋਂ ਅਲੱਗ ਕਰ ਦਿੱਤਾ ਸੀ। ਵਪਾਰਕ ਕੰਮਾਂ ਦੀ ਬੋਰਡ ਆਫ ਡਾਇਰੈਕਟਰੀ ਕਰਦੀ ਸੀ ਅਤੇ ਰਾਜਨੀਤਿਕ ਕੰਮ ਸੀ ਜਿਹੜਾ ਬੋਰਡ ਆਫ ਕੰਟਰੋਲ ਦੇ ਅਧੀਨ ਆ ਗਿਆ ਸੀ ਜਿਸ ਦੇ 6 ਮੈਂਬਰ ਸੀ। ਦੂਰਾ ਪ੍ਰਸ਼ਾਸਨ ਕਦੋਂ ਲਾਗੂ ਹੋਇਆ ਸੀ? ਦੋਸਤੋ ਜਿਹੜਾ ਦੂਰਾ ਪ੍ਰਸ਼ਾਸਨ ਸੀਗਾ, ਡਿਊਲ ਐਡਮਿਨਿਸਟਰ ਸੀਗਾ, ਇਹ 1784 ਦੇ ਐਕਟ ਦੇ ਅਧੀਨ ਲਾਗੂ ਹੋ ਗਿਆ ਸੀ, ਕਿਉਂਕਿ ਸਾਨੂੰ ਪਤਾ ਲੱਗ ਗਿਆ ਪਹਿਲਾਂ ਦੋਵੇਂ ਕੰਮ ਬੋਰਡ ਆਫ ਡਾਇਰੈਕਟਰੀ ਕਰਦੀ ਸੀ ਜਿਸ ਦੇ 24 ਮੈਂਬਰ ਸੀ। ਇਹ ਸਾਡੇ ਫਾਈਨੈਂਸ ਕੰਮ ਅਤੇ ਪੋਲੀਟਿਕ ਕੰਮ ਭਾਵ ਰਾਜਨੀਤਿਕ ਕੰਮ ਅਤੇ ਵਿੱਤੀ ਕੰਮ ਦੋਵੇਂ
ਬੋਰਡ ਆਫ ਡਾਇਰੈਕਟਰੀ ਕਰਦੀ ਸੀ। ਪਰ ਜਦੋਂ 1784 ਦਾ ਈਸਟ ਇੰਡੀਆ ਐਕਟ ਆਇਆ, ਇਸ ਦੇ ਅਧੀਨ ਬੋਰਡ ਆਫ ਕੰਟਰੋਲ ਦੀ ਸਥਾਪਨਾ ਹੋਈ, ਤਾਂ ਇਸ ਦੇ ਅਧੀਨ ਦੋਸਤੋ ਜਿਹੜੇ ਸਾਡੇ ਰਾਜਨੀਤਿਕ ਕੰਮ ਸੀ ਉਹ ਵਪਾਰਿਕ ਕੰਮਾਂ ਨਾਲ ਅਲੱਗ ਕਰ ਦਿੱਤੇ ਸੀ। ਇਸ ਲਈ 1784 ਦੇ ਅਧੀਨ ਦੂਰਾ ਸ਼ਾਸਨ ਲਾਗੂ ਹੋਇਆ ਸੀ। ਸੁਪਰੀਮ ਕੋਰਟ ਦੇ ਪਹਿਲੇ ਜੱਜ। ਸੁਪਰੀਮ ਕੋਰਟ ਦੇ ਪਹਿਲੇ ਜੱਜ ਕਲਕੱਤਾ ਕਲਕੱਤਾ ਸੁਪਰੀਮ ਕੋਰਟ ਦੇ ਪਹਿਲੇ ਜੱਜ ਕੌਣ ਸੀ? ਅਲਬੂਕਰਕ, ਐਲਜੇਪੇ, ਅਲਮੀਡਾ, ਡਿਸੂਜਾ। ਦੋਸਤੋ ਸਾਨੂੰ ਪਤਾ ਜਿਹੜਾ ਐਲਬੂਕਰਕ ਹੈ ਉਹ ਪੁਰਤਗਾਲੀ ਇੱਕ ਵਾਇਸਰਾਏ ਸੀ, ਜਿਸ ਨੂੰ ਕਿ ਵਾਸਤਵਿਕ ਪੁਰਤਗਾਲੀ ਦਾ ਸਥਾਪਕ ਮੰਨਿਆ ਜਾਂਦਾ ਹੈ। ਅਲਮੀਡਾ ਪਹਿਲਾ ਵਾਇਸਰਾਏ ਸੀ, ਅਤੇ ਜਿਹੜਾ ਡਸੂਜਾ ਸੀ ਦੋਸਤੋ ਇਹ ਵੀ ਇੱਕ ਪੁਰਤਗਾਲੀ ਸੀ। ਕਹਿੰਦੇ ਡਸੂਜਾ ਦੇ ਸਮੇਂ ਸਾਡੇ ਪੁਰਤਗਲ ਦੇ ਵਿੱਚ ਈਸਾਈ ਧਰਮ ਦਾ ਸਭ ਤੋਂ ਜ਼ਿਆਦਾ ਪ੍ਰਚਾਰ ਹੋਇਆ ਸੀ। ਜਿਹੜਾ ਸਹੀ ਆਨਸਰ ਹੈ ਦੋਸਤੋ ਉਹ ਹੈ ਐਲਜੇਪੇ। ਸੁਪਰੀਮ ਕੋਰਟ ਕਲਕੱਤਾ ਦਾ ਪਹਿਲਾ ਇਹ ਜੱਜ ਸੀ। ਬੋਰਡ ਆਫ ਕੰਟਰੋਲ ਦੀ ਸਥਾਪਨਾ ਕਦੋਂ ਹੋਈ ਸੀ? ਦੇਖੋ ਦੋਸਤੋ ਬੋਰਡ ਆਫ ਕੰਟਰੋਲ ਦੀ ਈਸਟ ਇੰਡੀਆ ਆਪਾਂ ਪਹਿਲਾਂ ਵੀ ਗੱਲ ਕਰ ਸਕੇ ਹਾਂ। ਈਸਟ ਇੰਡੀਆ ਐਕਟ 1784 ਦੇ ਅਧੀਨ ਬੋਰਡ ਆਫ ਕੰਟਰੋਲ ਦੀ ਸਥਾਪਨਾ ਹੋਈ ਸੀ, ਜਿਸ ਦੇ 6 ਮੈਂਬਰ ਸੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਬੋਰਡ ਆਫ ਕੰਟਰੋਲ ਦੀ ਸਥਾਪਨਾ 1784 ਦੇ ਵਿੱਚ ਹੋਈ ਸੀ। ਬੋਰਡ ਆਫ ਡਾਇਰੈਕਟਰੀ ਦੇ ਕਿੰਨੇ ਮੈਂਬਰ ਸਨ? ਦੋਸਤੋ 24, 6, 18, 19। ਦੋਸਤੋ ਜਿਹੜਾ ਬੋਰਡ ਆਫ ਕੰਟਰੋਲ ਸੀ ਇਸ ਦੇ 6 ਮੈਂਬਰ ਸੀ, ਅਤੇ ਬੋਰਡ ਆਫ ਡਾਇਰੈਕਟਰੀ ਦੇ 24 ਮੈਂਬਰ ਸੀ। ਕਹਿੰਦੇ ਜਦੋਂ 31 ਦਸੰਬਰ 1600 ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਮਹਾਰਾਣੀ ਐਲਿਜ਼ਾਬੈਥ ਨੇ ਕੀਤੀ ਸੀ, ਉਦੋਂ ਬੋਰਡ ਆਫ ਜਿਹੜਾ ਡਾਇਰੈਕਟਰੀ ਸੀ ਇਸ ਦੇ 24 ਮੈਂਬਰ ਸੀ, ਅਤੇ 21 ਦਾ ਨਿਰਦੇਸ਼ਕ ਸੀ। ਇੱਕ ਹੋਰ ਗੱਲ ਧਿਆਨ ਵਿੱਚ ਰੱਖਣ ਯੋਗ ਹੈ ਦੋਸਤੋ, ਬੋਰਡ ਆਫ ਕੰਟਰੋਲ ਅਤੇ ਬੋਰਡ ਆਫ ਡਾਇਰੈਕਟਰੀ। ਬੋਰਡ ਆਫ ਕੰਟਰੋਲ ਅਤੇ ਬੋਰਡ ਆਫ ਡਾਇਰੈਕਟਰੀ 1857 ਦੇ ਵਿਰੋਧ ਤੋਂ ਬਾਅਦ 1858 ਦੇ ਪਹਿਲੇ ਐਕਟ 1858 ਦਾ ਐਕਟ ਆਇਆ, ਜਦੋਂ ਜਿਹੜਾ ਸਾਡਾ ਗਵਰਨਰ ਜਨਰਲ ਸੀ ਉਸਨੂੰ ਵਾਇਸਰਾਏ ਦੀ ਪੋਸਟ ਦੇ ਵਿੱਚ ਤਬਦੀਲ ਕਰਤਾ ਸੀ। ਇਸ ਐਕਟ ਦੇ ਅਧੀਨ ਜਿਹੜਾ ਬੋਰਡ ਆਫ ਕੰਟਰੋਲ ਅਤੇ ਬੋਰਡ ਆਫ ਡਾਇਰੈਕਟਰੀ ਦੋਵੇਂ ਖਤਮ ਕਰ ਦਿੱਤੇ ਸੀ 1858 ਦੇ ਵਿੱਚ। ਅਤੇ ਜਿਹੜੇ ਬੋਰਡ ਆਫ ਡਾਇਰੈਕਟਰੀ ਦੇ 24 ਮੈਂਬਰ ਸੀ ਇਹਨਾਂ ਦੀ ਸੰਖਿਆ 1853 ਦੇ ਅਧੀਨ ਘਟਾ ਕੇ 18 ਕਰ ਦਿੱਤੀ ਸੀ। ਦੋਸਤੋ ਇਸ ਦੇ ਨਾਲ ਅਸੀਂ ਜੋ ਪ੍ਰਸ਼ਨ ਕਰ ਰਹੇ ਹਾਂ ਅੱਜ, ਇਹਨਾਂ ਦੇ ਨਾਲ ਅਸੀਂ ਇੱਕ ਪ੍ਰਸ਼ਨ ਨਹੀਂ ਹੱਲ ਕਰਦੇ। ਬਹੁਤ ਸਾਰੇ ਪ੍ਰਸ਼ਨ ਅਜਿਹੇ ਨੇ ਜਿਹੜੇ ਦੂਜੇ ਐਕਟਾਂ 1919, 1909, 1935, 1853, 1858 ਉਹਨਾਂ ਦੇ ਵੀ ਨਾਲ ਨਾਲ ਆਪਾਂ ਪ੍ਰਸ਼ਨ ਸਾਰੇ ਹੱਲ ਕਰਾਂਗੇ। ਪਹਿਲਾ ਚਾਰਟ ਕਦੋਂ ਆਇਆ ਸੀ? 1866, 1833, 1833, 1793। ਦੋਸਤੋ ਸਭ ਤੋਂ ਪਹਿਲਾਂ ਰੈਗੂਲੇਟਿੰਗ 1773 ਆਇਆ ਸੀ। ਅਤੇ ਜਿਹੜਾ ਚਾਰਟ ਸੀ ਦੋਸਤੋ, ਚਾਰਟ ਦਾ ਮਤਲਬ ਹੁੰਦਾ ਆਗਿਆ ਪੱਤਰ। ਜਿਹੜੀ ਈਸਟ ਇੰਡੀਆ ਕੰਪਨੀ ਨੂੰ ਮਹਾਰਾਣੀ ਐਲਿਜ਼ਾਬੈਥ ਨੇ ਇੱਕ ਆਗਿਆ ਪੱਤਰ ਦਿੱਤਾ ਸੀ, ਇਸ ਨੂੰ ਚਾਰਟ ਕਹਿੰਦੇ ਨੇ। ਜਿਹੜਾ ਪਹਿਲਾ ਚਾਰਟ ਸੀ ਦੋਸਤੋ ਇਹ 1793 ਦੇ ਵਿੱਚ ਆਇਆ ਸੀ। ਇਸ ਚਾਰਟ ਦੇ ਅਧੀਨ ਈਸਟ ਇੰਡੀਆ ਕੰਪਨੀ ਨੂੰ 20 ਸਾਲ ਦੇ ਲਈ ਵਪਾਰ ਕਰਨ ਦਾ ਇੱਕ ਅਧਿਕਾਰ ਮਿਲ ਗਿਆ ਸੀ। ਕਿਸ ਐਕਟ ਦੇ ਅਧੀਨ ਈਸਾਈ ਧਰਮ ਦਾ ਪ੍ਰਚਾਰ ਦਾ ਅਧਿਕਾਰ ਮਿਲ ਗਿਆ ਸੀ? ਭਾਵ ਦੋਸਤੋ 1833, 1813, 1893, 1892। ਦੇਖੋ ਨੋਟ ਕਰਨ ਵਾਲੀ ਗੱਲ, 1893 ਦਾ ਕੋਈ ਐਕਟ ਨਹੀਂ ਹੈਗਾ ਸੀ। 1892 ਦੇ ਵਿੱਚ, ਕਿਉਂਕਿ ਦੋਸਤੋ 1858 ਦੇ ਵਿੱਚ ਐਕਟ ਤੋਂ ਬਾਅਦ ਨਿਯਮ ਆਉਣੇ ਲੱਗ ਪਏ ਸੀ, ਜਿਵੇਂ ਕੌਂਸਲ ਪ੍ਰਸਿੱਧ ਐਕਟ 1858 ਤੋਂ ਬਾਅਦ 1861 ਆਇਆ ਸੀ, ਫਿਰ 1892 ਆਇਆ ਸੀ, ਫਿਰ 1919 ਦੇ ਵਿੱਚ ਆਇਆ ਸੀ। ਜਿਹੜਾ ਲਾਸਟ ਆਪਾਂ ਕਹਿ ਸਕਦੇ ਹਾਂ ਚਾਰਟ ਐਕਟ ਸੀ ਉਹ 1858 ਦਾ ਸੀ। ਕਿਸ ਐਕਟ ਦੇ ਅਧੀਨ, ਇੱਥੇ ਪ੍ਰਸ਼ਨ ਇਹ ਹੈ ਵੀ ਕਿਸ ਐਕਟ ਦੇ ਅਧੀਨ ਈਸਾਈ ਧਰਮ ਦੇ ਪ੍ਰਚਾਰ ਦਾ ਅਧਿਕਾਰ ਮਿਲ ਗਿਆ ਸੀ? ਇਹ ਦੋਸਤੋ ਐਕਟ ਸੀ ਜਿਹੜਾ ਇਹ ਐਕਟ 1813 ਸੀ। 1773 ਐਕਟ ਗਵਰਨਰ ਜਨਰਲ ਬੰਗਾਲ ਦੀ ਕਾਰਜ ਪਰਿਸ਼ਦ ਵਿੱਚ ਕਿੰਨੇ ਮੈਂਬਰ ਸੀ? ਕਹਿਣ ਦਾ ਭਾਵ ਦੋਸਤੋ ਜਦੋਂ 1773 ਦਾ ਐਕਟ ਆਇਆ ਉਦੋਂ ਗਵਰਨਰ ਜਨਰਲ ਦੀ ਕਾਰਜ ਪਰਿਸ਼ਦ ਵਿੱਚ ਕਿੰਨੇ ਮੈਂਬਰ ਸੀ? 4। ਇਹ ਪੁੱਛਿਆ ਗਿਆ ਦੋਸਤੋ ਵੀ ਗਵਰਨਰ ਜਨਰਲ ਦੀ ਕਾਰਜ ਪਰਿਸ਼ਦ ਵਿੱਚ ਕਿੰਨੇ ਮੈਂਬਰ ਸੀ, ਤਾਂ ਅਸੀਂ ਆਨਸਰ ਲਾਤਾ 4। ਜੇ ਪੁੱਛਿਆ ਜਾਵੇ ਵੀ ਗਵਰਨਰ ਕੁੱਲ ਕਿੰਨੇ ਮੈਂਬਰ ਸੀ ਵੀ ਪਲੱਸ ਗਵਰਨਰ ਜਨਰਲ, ਤਾਂ ਦੋਸਤੋ 5 ਮੈਂਬਰ ਸੀ। ਅਤੇ ਇੱਕ ਗੱਲ ਦੋਸਤੋ ਹੋਰ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਵੀ ਜਿਹੜਾ 1784 ਦਾ ਐਕਟ ਸੀ ਇਸ ਦੇ ਅਧੀਨ ਗਵਰਨਰ ਜਨਰਲ ਦੀ ਕਾਰਜ ਪਰਿਸ਼ਦ ਵਿੱਚੋਂ 4 ਦੇ ਵਿੱਚੋਂ ਇੱਕ ਮੈਂਬਰ ਮਾਈਨਸ ਕਰਤਾ ਸੀ। ਪਰ ਜਦੋਂ 1833 ਦਾ ਐਕਟ ਆਇਆ ਇਸ ਦੇ ਅਧੀਨ ਦੋਸਤੋ ਇੱਕ ਮੈਂਬਰ ਪਲੱਸ ਕਰਤਾ ਸੀ, ਜਿਹੜਾ ਕਾਨੂੰਨੀ ਮੈਂਬਰ ਸੀ ਮੈਕਾਲੇ 4 ਕਰ ਦਿੱਤੀ, ਇਹਨਾਂ ਦੀ ਸੰਖਿਆ 4 ਹੋਈ ਸੀ। ਅਤੇ ਇੱਕ ਗੱਲ ਹੋਰ ਧਿਆਨ ਯੋਗ ਆ ਦੋਸਤੋ, 1861 ਦਾ ਅਧੀਨਿਯਮ ਆਇਆ, ਇਸ ਦੇ ਅਧੀਨ ਵਾਇਸਰਾਏ ਦੀ ਕਾਰਜ ਪਰਿਸ਼ਦ ਦੇ ਵਿੱਚ ਇੱਕ ਮੈਂਬਰ ਹੋਰ ਪਲੱਸ ਕਰਤਾ ਸੀ, ਭਾਵ ਉਸ ਸਮੇਂ ਸੰਖਿਆ 5 ਹੋ ਗਈ ਸੀ। ਅਤੇ ਜਿਹੜਾ 6ਵਾਂ ਮੈਂਬਰ ਸੀ ਦੋਸਤੋ 1876 ਦੇ ਐਕਟ ਦੇ ਅਧੀਨ ਸ਼ਾਮਲ ਕਰਤਾ ਸੀ, ਜਿਸ ਨੂੰ ਜ਼ਿਆਦਾਤਰ ਮਹਾਰਾਣੀ ਉਪਾਧੀ ਐਕਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਕਿਉਂਕਿ ਮਹਾਰਾਣੀ ਵਿਕਟੋਰੀਆ ਉਸ ਸਮੇਂ ਮਹਾਰਾਜੀ ਘੋਸ਼ਿਤ ਕੀਤੀ ਗਈ ਸੀ ਇੰਡੀਆ ਦੀ 1876 ਦੇ ਅਧੀਨਿਜ਼ਮ ਦੇ ਅਧੀਨ। ਕਿਸ ਐਕਟ ਦੇ ਅਧੀਨ ਪਹਿਲਾ ਕਾਨੂੰਨੀ ਮੈਂਬਰ ਜੋੜਿਆ ਗਿਆ ਸੀ? ਕਿਉਂਕਿ ਦੋਸਤੋ ਅਸੀਂ ਹੁਣ ਹੀ ਧਿਆਨ ਵਿੱਚ ਪੜ੍ਹ ਕੇ ਹਟੇ ਹਾਂ 1833 ਦੇ ਐਕਟ ਦੇ ਅਧੀਨ ਪਹਿਲਾ ਕਾਨੂੰਨੀ ਮੈਂਬਰ ਮੈਕਲੇ ਜੋੜਿਆ ਗਿਆ ਸੀ। ਇਸ ਦੇ ਅਧੀਨ ਕਾਰਜਪਾਲਿਕਾ ਦੇ ਜਿਹੜੇ ਮੈਂਬਰ ਦੀ ਸੰਖਿਆ ਸੀ 4 ਹੋ ਗਈ ਸੀ, ਕਿਉਂਕਿ 1784 ਦੇ ਵਿੱਚ ਮੈਂਬਰਾਂ ਦੀ ਸੰਖਿਆ 1 ਘਟਾ ਦਿੱਤੀ ਸੀ, 3 ਕਰ ਦਿੱਤੀ ਸੀ। 1813 ਦੇ ਐਕਟ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਲਾਰਡ ਮਿੰਟੋ ਸੀ ਦੋਸਤੋ। ਲਾਰਡ ਮਿੰਟੋ ਦਾ ਸਮਾਂ 1807 ਤੋਂ 1813 ਸੀ। ਲਾਰਡ ਮਿੰਟੋ ਤੋਂ ਪਹਿਲਾਂ ਜਾਰਜ ਬਾਰਲੋ ਸੀ, ਜਿਹਦਾ ਸਮਾਂ 1805 ਤੋਂ 7 ਸੀ। 1798 ਤੋਂ ਲੈ ਕੇ 1805 ਤੱਕ ਲਾਰਡ ਵੈਲਜ਼ਲੀ ਸੀ। ਅਤੇ ਲਾਰਡ ਮਿੰਟੋ ਤੋਂ ਬਾਅਦ ਦੋਸਤੋ ਲਾਰਡ ਹੈਸਟਿੰਗ ਆਉਂਦਾ, ਜਿਹਦਾ ਸਮਾਂ 1813 ਤੋਂ 1823 ਸੀ। ਹੈਸਟਿੰਗ ਤੋਂ ਬਾਅਦ ਐਮਬਰੈਸਟ ਆਉਂਦਾ, ਜਿਸ ਦਾ ਸਮਾਂ 1823 ਤੋਂ 28 ਸੀ। ਉਸ ਤੋਂ ਬਾਅਦ ਲਾਰਡ ਵਿਲੀਅਮ ਬੈਕਟ ਆਉਂਦਾ, ਜਿਹਦਾ ਸਮਾਂ 1829 ਤੋਂ ਲੈ ਕੇ 1835 ਸੀ, ਜਿਹੜਾ ਇੰਡੀਆ ਦਾ ਫਸਟ ਗਵਰਨਰ ਜਨਰਲ ਬਣਦਾ ਅਤੇ ਬੰਗਾਲ ਦਾ ਲਾਸਟ ਗਵਰਨਰ ਜਨਰਲ ਸੀ। ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਲਾਰਡ ਡਲਹੌਜੀ, ਲਾਰਡ ਕਲਾਈਵ, ਲਾਰਡ ਵਿਲੀਅਮ ਬੈਕਟ, ਲਾਰਡ ਕਾਰਨਵਾਲਿਸ। ਦੋਸਤੋ ਬੰਗਾਲ ਦਾ ਲਾਸਟ ਗਵਰਨਰ ਜਨਰਲ ਤੁਹਾਨੂੰ ਮੈਂ ਪਹਿਲੀ ਵਾਰ ਬਹੁਤ ਵਾਰੀ ਦੱਸ ਚੁੱਕੇ ਹਾਂ, ਲਾਰਡ ਵਿਲੀਅਮ ਬੈਕਟ ਸੀ। ਲਾਰਡ ਵਿਲੀਅਮ ਬੈਕਟ 1829 ਤੋਂ ਲੈ ਕੇ 1833 ਤੱਕ ਬੰਗਾਲ ਦਾ ਲਾਸਟ ਗਵਰਨਰ ਜਨਰਲ ਸੀ। 1833 ਤੋਂ ਲੈ ਕੇ 1835 ਤੱਕ ਇੰਡੀਆ ਦਾ ਫਸਟ ਗਵਰਨਰ ਜਨਰਲ ਵਿਲੀਅਮ ਬੈਕਟ ਸੀ। ਅਤੇ ਇੱਥੇ ਧਿਆਨਯੋਗ ਗੱਲ ਹੈ, ਜੇ ਸਾਨੂੰ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾਂਦਾ ਕਿ ਇੰਡੀਆ ਦਾ ਲਾਸਟ ਗਵਰਨਰ ਜਨਰਲ ਕੌਣ ਸੀ? ਇੰਡੀਆ ਦਾ ਲਾਸਟ ਗਵਰਨਰ ਜਨਰਲ ਲਾਰਡ ਕਾਨਿੰਗ ਸੀ, ਜਿਹੜਾ 1858 ਤੋਂ ਲੈ ਕੇ, ਜਿਹਦਾ ਸਮਾਂ 1856 ਤੋਂ ਲੈ ਕੇ 1861 ਤੱਕ ਸੀ। ਪਰ ਉਹ 1858 ਦੇ ਐਕਟ ਦੇ ਅਧੀਨ ਲਾਸਟ ਗਵਰਨਰ ਜਨਰਲ ਸੀ। ਲਾਰਡ ਕੈਨਿੰਗ ਅਤੇ ਫਸਟ ਇੰਡੀਆ ਦਾ ਵਾਇਸਰਾਏ ਬਣ ਗਿਆ ਸੀ। ਕਿਸ ਐਕਟ ਦੇ ਅਧੀਨ ਬੋਰਡ ਆਫ ਕੰਟਰੋਲ ਦੇ ਮੈਂਬਰਾਂ ਦੀ ਤਨਖਾਹ ਭਾਰਤ ਦੇ ਖਜ਼ਾਨੇ ਵਿੱਚੋਂ ਨਿਸ਼ਚਿਤ ਕਰ ਦਿੱਤੀ ਸੀ? ਦੋਸਤੋ ਸਾਨੂੰ ਪਤਾ ਬੋਰਡ ਆਫ ਕੰਟਰੋਲ ਦੀ ਜਿਹੜੀ ਸਥਾਪਨਾ ਈਸਟ ਇੰਡੀਆ ਐਕਟ 1784 ਦੇ ਵਿੱਚ ਹੋਈ ਸੀ, ਪਰ ਜਿਹੜੀ ਇਹਦੀ ਤਨਖਾਹ ਸੀ ਬੋਰਡ ਆਫ ਕੰਟਰੋਲ ਦੇ ਮੈਂਬਰਾਂ ਦੀ ਦੋਸਤੋ, ਇਹ 1793 ਦੇ ਐਕਟ ਦੇ ਅਧੀਨ ਇੰਡੀਆ ਦੇ ਖਜ਼ਾਨੇ ਵਿੱਚੋਂ ਕਰ ਦਿੱਤੀ ਸੀ। ਈਸਟ ਇੰਡੀਆ ਐਕਟ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਦੋਸਤੋ ਇਹ ਬਹੁਤ ਸੌਖਾ ਈਜ਼ੀ ਪ੍ਰਸ਼ਨ ਹੈ, ਕਿਉਂਕਿ ਜਿਹੜਾ ਈਸਟ ਇੰਡੀਆ ਐਕਟ ਇਸ ਦੇ ਨਾਮ 'ਤੇ ਹੀ ਪਿਆ, ਵਿਲੀਅਮ ਪੈਟਰਸਨ, ਵਿਲੀਅਮ ਪਿਸਟ, ਵਿਲੀਅਮ ਬੈਕਟ, ਵਿਲੀਅਮ ਪਿਸਟ। ਵਿਲੀਅਮ ਪਿਸਟ ਸੀ ਜਿਹੜਾ ਦੋਸਤੋ ਉਸ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ। ਉਮੀਦ ਕਰਦਾ ਹਾਂ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ। ਆਸ ਕਰਦਾ ਹਾਂ ਕਿ ਤੁਹਾਡੇ ਲਈ ਮੈਂ ਹਰ ਰੋਜ਼ ਇਸ ਤਰ੍ਹਾਂ ਦੀ ਵੀਡੀਓ ਤਿਆਰ ਕਰਕੇ ਲੈ ਕੇ ਆਇਆ ਕਰਾਂਗਾ, ਜੋ ਤੁਹਾਡੇ ਹਰ ਇੱਕ ਪੇਪਰ ਦੀ UPS ਸਮੈਸਟਰ ਕੇਡਰ ਅਤੇ ਪੰਜਾਬ ਟੈਟ ਹਰ ਇੱਕ ਦੇ ਲਈ ਮਹੱਤਵਪੂਰਨ ਹੋਵੇਗੀ। ਜੇਕਰ ਵੀਡੀਓ ਵਧੀਆ ਲੱਗੀ ਦੋਸਤੋ, ਮਾਈ ਚੈਨਲ ਆਨਲਾਈਨ ਕਲਾਸਿਸ ਸਬਸਕ੍ਰਾਈਬ, ਲਾਈਕ, ਸ਼ੇਅਰ ਕਰੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।